ਸੋਨੀਆ ਮਾਨ ਜਿਨ੍ਹਾਂ ਨੂੰ ਅੱਜ ਆਲ ਇੰਡੀਆ ਜੱਟ ਮਹਾਸਭਾ ਵੱਲੋਂ ਮਹਿਲਾ ਵਿੰਗ ਦੇ ਯੂਥ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਕੀ ਕਰੋਗੇ ਇੱਥੇ ਆ ਕੇ ਜੀ ਇਸ ਮੰਚ ਤੇ ਆ ਕੇ? ਇਹ ਜਿਹੜੀ ਜੱਟਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਇੱਕ ਜਥੇਬੰਦੀ ਕਿਤੇ ਵੀ ਜਿਹੜੇ ਫਾਰਮਰਸ ਨੇ ਉਹ ਜੱਟ ਹੀ ਨੇ। ਜਦੋਂ ਤੁਹਾਡੇ ਪਿਤਾ ਜੀ ਦੀ ਥੌਟ ਦੇਖੀਏ, ਸੋਚ ਦੇਖੀਏ, ਪੱਕੀ ਹੀ ਸੋਨੀਆ ਮਾਨ ਉਸ ਸੋਚ ਤੇ ਭਟਕਦੇ ਨੇ। ਇਹ ਕਾਮਰੇਡਨੀ ਕਰਕੇ ਜੋ ਮੈਨੂੰ ਬੁਲਾਉਂਦੇ ਸੀਗੇ ਔਰ ਅੱਜ ਵੀ ਬੁਲਾਉਂਦੇ ਨੇ, ਨਕਸਲਵਾਦਨੀ ਕਹਿੰਦੇ ਨੇ। ਗਰਮ ਖਿਆਲੀਆਂ ਦੇ ਨਾਲ ਲੜਾਈ ਝਗੜਾ ਰਿਹਾ ਹੈਗਾ ਔਰ ਤੁਸੀਂ ਗਰਮ ਖਿਆਲੀਆਂ ਦੇ ਮੰਚ ਵੀ ਸਾਂਝੇ ਕਰ ਲੈਂਦੇ। ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਨੂੰ ਕੋਈ ਕਾਮਰੇਡ ਕਹਿੰਦਾ। ਕਾਮਰੇਡ ਬਹੁਤ ਇੰਟੈਲੀਜੈਂਟ ਤੇ ਬਹੁਤ ਪੜ੍ਹੇ ਲਿਖੇ ਤੇ ਬਹੁਤ ਹੀ ਜ਼ਿਆਦਾ ਇੰਟੈਲੈਕਚੁਅਲ ਲੋਕੀ ਹੁੰਦੇ ਨੇ। ਮੈਂ ਉਹ ਗਰਮ ਖਿਆਲੀਆਂ ਦੇ ਸਟੇਜ ਤੇ ਇਸ ਕਰਕੇ ਗਈ ਤਾਂ ਕਿ ਮੈਂ ਇਹਨਾਂ ਦੇ ਵਿਚਕਾਰ ਦੀ ਲੜਾਈ ਨੂੰ ਖਤਮ ਕਰ ਸਕਾਂ। ਤੁਸੀਂ ਧਰਮ ਦੇ ਨਾਲ ਕਮਿਊਨਿਸਟ ਵਿਚਾਰਧਾਰਾ ਨੂੰ ਕੰਪੈਰੀਜ਼ਨ ਨਾ ਕਰੋ। ਕਾਮਰੇਡ ਵਰਸਸ ਸਿੱਖ ਉਹ ਗਲਤ ਆ। ਵਿਚਾਰ ਜਿਹੜੇ ਡਿਫਰੈਂਸਸ ਸੀਗੇ ਉਹਨੂੰ ਖਤਮ ਕਰਨ ਵਾਸਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਟੇਜ ਤੇ ਗਈ ਸੀਗੀ। ਮਾਨ ਸਾਹਿਬ ਕਹਿੰਦੇ ਨੇ ਭਗਤ ਸਿੰਘ ਅੱਤਵਾਦੀ ਨੇ। ਮੈਨੂੰ ਨਹੀਂ ਪਤਾ ਸੀਗਾ ਮਾਨ ਸਾਹਿਬ ਭਗਤ ਸਿੰਘ ਨੂੰ ਐਵੇਂ ਕਹਿੰਦੇ ਨੇ। ਇੱਕ ਚ ਮੰਚ ਸਾਂਝਾ ਕਰੋਗੇ ਕਿ ਨਹੀਂ? ਨਹੀਂ, ਮਾਨ ਸਾਹਿਬ ਕਹਿੰਦੇ ਕਿ ਉਹ ਪੁੱਤ ਕਾਮਰੇਡ ਨੀਗਾ, ਉਹ ਆਰਿਆ ਸਮਾਜੀ ਹੈ ਭਗਤ ਸਿੰਘ। ਜਾਂ ਸਮਾਜੀ ਹੋਵੇ ਜਾਂ ਕਾਮਰੇਡ ਹੋਵੇ, ਦੇਸ਼ ਵਾਸਤੇ ਤੇ ਕੁਰਬਾਨ ਹੋਵੇ ਨਾ ਜੀ। ਕੁਲਦੀਪ ਸਿੰਘ ਮਾਨ ਉਹਨਾਂ ਦੀ ਵੀ ਇਹ ਵਿਚਾਰਧਾਰਾ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਜੱਟ ਹਾਂ, ਮੈਂ ਦਲਿਤ ਹਾਂ। ਸੋਨੀਆ ਮਾਨ ਤਲਾਸ਼ ਕੀ ਰਹੀ ਹੈ? ਮੇਰੇ ਫਾਦਰ ਨੇ ਜਿਹੜੀ ਮੈਨੂੰ ਲੈਟਰ ਲਿਖੀ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਸੀਗਾ, ਇੱਕ ਤੇ ਧਰਮਾਂ ਜਾਤਾਂ ਦੇ ਵਿੱਚ ਨਾ ਵੰਡੀ ਜਾਈ। ਅੱਜ ਤੇ ਤੁਸੀਂ ਆ ਗਏ, ਅੱਜ ਤੇ ਤੁਸੀਂ ਆ ਗਏ ਨਹੀਂ, ਜੱਟ ਆਰਗੇਨਾਈਜੇਸ਼ਨ ਦੇ ਤੁਸੀਂ ਪ੍ਰੈਜ਼ੀਡੈਂਟ ਬਣ ਗਏ। ਸਾਡੇ ਨਾਲ ਨੇ ਸੋਨੀਆ ਮਾਨ ਜਿਨ੍ਹਾਂ ਨੂੰ ਅੱਜ ਆਲ ਇੰਡੀਆ ਜੱਟ ਮਹਾਸਭਾ ਵੱਲੋਂ ਮਹਿਲਾ ਵਿੰਗ ਦੇ ਯੂਥ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋਨੀਆ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਹੁਣ ਕੀ ਕਰੋਗੇ ਇੱਥੇ ਆ ਕੇ ਜੀ ਇਸ ਮੰਚ ਤੇ ਆ ਕੇ? ਵੇਖੋ ਜੀ, ਪਹਿਲੋਂ ਮੈਂ ਕਿਸੇ ਐਸੋਸੀਏਸ਼ਨ ਦੇ ਨਾਲ ਜਾਂ ਕਿਸੇ ਵੀ ਜਥੇਬੰਦੀ ਨਾਲ ਐਸੋਸੀਏਟਡ ਨਹੀਂ ਸੀਗੀ। ਲਾਈਕ ਮੇਰੇ ਫਾਦਰ ਦੀ ਜਥੇਬੰਦੀ ਕੀਰਤੀ ਕਿਸਾਨ ਯੂਨੀਅਨ ਦੇ ਨਾਲ ਜ਼ਰੂਰ ਮੈਂ ਧਰਨੇ ਦੇ ਦੌਰਾਨ ਐਸੋਸੀਏਟਡ ਰਹੀ ਹਾਂ ਜਾਂ ਫਿਰ ਉਗਰਾਹਾਂ ਜਥੇਬੰਦੀ ਦੇ ਨਾਲ ਰਹੀ ਹਾਂ। ਮੈਂ ਡਿਫਰੈਂਟ ਜਥੇਬੰਦੀਜ਼ ਦੇ ਨਾਲ ਕੰਮ ਕੀਤਾ ਹੈ ਔਰ ਇਹ ਜਿਹੜੀ ਜੱਟਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਇੱਕ ਜਥੇਬੰਦੀ ਆ ਆਲ ਓਵਰ ਸਾਡੀ ਕਮਿਊਨਿਟੀ ਨੂੰ। ਔਰ ਮੈਨੂੰ ਲੱਗਦਾ ਹੈ ਕਿ ਆਲ ਓਵਰ ਪੰਜਾਬ, ਹਰਿਆਣਾ, ਰਾਜਸਥਾਨ ਕਿਤੇ ਵੀ ਜਿਹੜੇ ਫਾਰਮਰਸ ਨੇ ਉਹ ਜੱਟ ਹੀ ਨੇ ਜ਼ਿਆਦਾਤਰ, ਔਰ ਫਿਰ ਮੈਂ ਕਿਸਾਨਾਂ ਦੀ ਗੱਲ ਤੇ ਹਰ ਕਿਤੇ ਰੱਖਦੀ ਹਾਂ। ਸੋ ਦਾਰਾ ਸਿੰਘ ਜੀ ਹੁਣਾਂ ਵੱਲ ਦੇਖਦੇ ਹੁੰਦੇ ਸੀਗੇ ਕਿ ਜੱਟ ਮਹਾਸਭਾ ਆਲ ਓਵਰ ਇੰਡੀਆ ਰਿਪਰੈਜ਼ੈਂਟ ਕਰਦੇ ਸੀਗੇ। ਉਹਨਾਂ ਵਰਗੇ ਓਨੈਸਟ ਲੋਕੀ ਜੇ ਇਸ ਜਥੇਬੰਦੀ ਦੇ ਵਿੱਚ ਸੀਗੇ ਔਰ ਆਪਣੀ ਕਮਿਊਨਿਟੀ ਨੂੰ ਸਰਵ ਕਰਦੇ ਸੀਗੇ, ਵਾਈ ਨਾਟ ਆਈ। ਐਂਡ ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਇਹਨਾਂ ਨੇ ਇੰਨੀ ਵੱਡੀ ਰਿਸਪੌਂਸਿਬਿਲਿਟੀ ਦਿੱਤੀ ਹੈ। ਜਦੋਂ ਤੁਹਾਡੇ ਪਿਤਾ ਜੀ ਦੀ ਥੌਟ ਦੇਖੀਏ, ਸੋਚ ਦੇਖੀਏ, ਪੱਕੀ ਹੀ ਕੱਟੜ ਸੌ ਇੱਕੋ ਪਾਰਟੀ ਨਾਲ, ਸੋਨੀਆ ਮਾਨ ਉਸ ਸੋਚ ਤੇ ਭਟਕਦੇ ਨੇ। ਦੇਖੋ, ਮੈਂ ਭਟਕਦੀ ਨਹੀਂ ਗੀ, ਮੈਂ ਕਿਸੇ ਪਾਰਟੀ ਦੇ ਨਾਲ ਹੈ ਹੀ ਨਹੀਂ। ਮੇਰੇ ਫਾਦਰ ਕਮਿਊਨਿਸਟ ਸੀਗੇ, ਉਹ ਇੱਕੋ ਪਾਰਟੀ ਦੇ ਵਿੱਚ ਸੀਗੇ ਔਰ ਉਹਨਾਂ ਨੇ ਸਾਰੀ ਜ਼ਿੰਦਗੀ ਉਸੇ ਪਾਰਟੀ ਨੂੰ ਦਿੱਤੀ। ਸੋਨੀਆ ਮਾਨ ਜਿੱਦਣ ਜਿਹੜੀ ਪਾਰਟੀ ਜੁਆਇਨ ਕਰੂਗੀ ਨਾ ਉਦੋਂ ਉਹ ਉਸੇ ਪਾਰਟੀ ਦੇ ਵਿੱਚ ਰਹੂਗੀ ਔਰ ਸਾਰੀ ਜ਼ਿੰਦਗੀ ਉਸੇ ਪਾਰਟੀ ਨੂੰ ਦਊਗੀ। ਬਟ ਰਾਈਟ ਨਾਓ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਗੀ। ਜੇ ਮੈਨੂੰ ਤੁਸੀਂ ਕਹੋ ਕਿ ਹਾਂ ਮੈਂ ਲੋਕਾਂ ਨੂੰ ਸਪੋਰਟ ਕੀਤਾ, ਮੈਂ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕੀਤਾ ਜਾਂ ਫਿਰ ਮੈਂ ਭਗਵੰਤ ਮਾਨ ਦੀ ਤਾਰੀਫ ਕੀਤੀ, ਵੇਖੋ ਜੀ, ਮੈਂ ਸਿਮਰਨਜੀਤ ਸਿੰਘ ਮਾਨ ਦੀ ਇਸ ਕਰਕੇ ਸਪੋਰਟ ਕੀਤੀ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਇੱਕ ਸਟੈਂਡ ਤੇ ਰਹੇ ਔਰ ਮੈਂ ਕਾਮਰੇਡ ਵਰਸਸ ਸਿੱਖ ਖਤਮ ਕਰਨਾ ਚਾਹੁੰਦੀ ਸੀਗੀ। ਇੱਕ ਕਾਮਰੇਡ ਦੀ ਧੀ ਹੋ ਕੇ ਜੋ ਮੈਂ ਕਿਸਾਨ ਅੰਦੋਲਨ ਦੇ ਦੌਰਾਨ ਮੈਂ ਫੇਸ ਕੀਤਾ ਹੈ, ਬਹੁਤ ਸਾਰੀਆਂ ਗੱਲਾਂ ਸਹੀਆਂ ਨੇ, ਬਹੁਤ ਸਾਰੇ ਥ੍ਰੈਟਸ ਸਹੀ ਨੇ। ਇੱਕ ਕਾਮਰੇਡਨੀ ਕਰਕੇ ਜੋ ਮੈਨੂੰ ਬੁਲਾਉਂਦੇ ਸੀਗੇ ਔਰ ਅੱਜ ਵੀ ਬੁਲਾਉਂਦੇ ਨੇ, ਨਕਸਲਵਾਦਨੀ ਕਹਿੰਦੇ ਨੇ। ਮੈਂ ਨਹੀਂ ਚਾਹੁੰਦੀ ਕਿ ਮੇਰੇ ਵਰਗੀ ਕੋਈ ਵੀ ਧੀ ਭੈਣ ਨੂੰ ਇਸ ਤਰੀਕੇ ਦੇ ਨਾਲ ਕੁਝ ਵੀ ਫੇਸ ਕਰਨਾ ਪਵੇ। ਕਾਮਰੇਡ ਹੋਣਾ ਫਕਰ ਨਹੀਂ ਸਮਝਦੇ ਕਿਉਂਕਿ ਤੁਹਾਡੇ ਪਿਤਾ ਜੀ ਨੇ ਤਾਂ ਬਹੁਤ ਲੰਮੀ ਲੜਾਈ ਲੜੀ ਔਰ ਸ਼ਹੀਦੀ ਵੀ ਪਾਈ ਉਹਨਾਂ ਨੇ। ਉਹਨਾਂ ਗਰਮ ਖਿਆਲੀਆਂ ਦੇ ਨਾਲ ਲੜਾਈ ਝਗੜਾ ਰਿਹਾ ਹੈਗਾ ਔਰ ਤੁਸੀਂ ਗਰਮ ਖਿਆਲੀਆਂ ਦੇ ਮੰਚ ਵੀ ਸਾਂਝੇ ਕਰ ਲੈਂਦੇ। ਮੇਰੀ ਗੱਲ ਸੁਣੋ, ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਆਪਣੇ ਫਾਦਰ ਦੀ ਧੀ ਹਾਂ ਔਰ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਨੂੰ ਕੋਈ ਕਾਮਰੇਡ ਕਹਿੰਦਾ ਆ। ਬਟ ਕਾਮਰੇਡ ਬਹੁਤ ਇੰਟੈਲੀਜੈਂਟ ਤੇ ਬਹੁਤ ਪੜ੍ਹੇ ਲਿਖੇ ਤੇ ਬਹੁਤ ਹੀ ਜ਼ਿਆਦਾ ਇੰਟੈਲੈਕਚੁਅਲ ਲੋਕੀ ਹੁੰਦੇ ਨੇ। ਮੈਂ ਉਸ ਚੀਜ਼ ਦੇ ਹਜੇ ਕਾਬਿਲ ਨਹੀਂ। ਮੈਂ ਇੰਨੀ ਪੜ੍ਹਾਈ ਨਹੀਂ ਕੀਤੀ, ਮੈਂ ਉਨੀ ਡੀਪ ਨਹੀਂ ਗਈ ਹਜੇ। ਮੇਰੀ ਲਾਈਫ ਦਾ ਐਕਸਪੀਰੀਅੰਸ ਉਹਨਾਂ ਨਹੀਂ ਗਿਆ ਹਜੇ। ਮੈਂ ਸਿੱਖ ਰਹੀ ਹਾਂ ਸਾਰੀਆਂ ਚੀਜ਼ਾਂ। ਮੈਂ ਉਹ ਗਰਮ ਖਿਆਲੀਆਂ ਦੇ ਸਟੇਜ ਤੇ ਇਸ ਕਰਕੇ ਗਈ ਤਾਂ ਕਿ ਮੈਂ ਇਹਨਾਂ ਦੇ ਵਿਚਕਾਰ ਦੀ ਲੜਾਈ ਨੂੰ ਖਤਮ ਕਰ ਸਕਾਂ, ਤਾਂ ਕਿ ਮੈਂ ਇਹ ਸਮਝਾ ਸਕਾਂ ਲੋਕਾਂ ਨੂੰ ਵੀ ਜਿਹੜਾ ਧਰਮ ਹੁੰਦਾ ਆ ਉਹ ਆਪਣੀ ਜਗ੍ਹਾ ਤੇ ਹੁੰਦਾ ਆ, ਪਰ ਜਿਹੜਾ ਇੱਕ ਕਮਿਊਨਿਸਟ ਵਿਚਾਰਧਾਰਾ ਹੈ ਉਹ ਵਿਚਾਰਧਾਰਾ ਹੈ, ਉਹ ਧਰਮ ਨਹੀਂ ਗਾ। ਤੁਸੀਂ ਧਰਮ ਦੇ ਨਾਲ ਕਮਿਊਨਿਸਟ ਵਿਚਾਰਧਾਰਾ ਨੂੰ ਕੰਪੈਰੀਜ਼ਨ ਨਾ ਕਰੋ। ਮੈਂ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੈਂ ਸਿੱਖ ਪਰਿਵਾਰ ਦੇ ਵਿੱਚ ਹੁੰਦਿਆਂ ਹੋਇਆਂ ਮੇਰੀ ਵਿਚਾਰਧਾਰਾ ਕੋਈ ਵੀ ਹੋ ਸਕਦੀ ਹੈ। ਮੇਰੇ ਫਾਦਰ ਦੀ ਜਿਸ ਤਰੀਕੇ ਦੇ ਨਾਲ ਵਿਚਾਰਧਾਰਾ ਕਾਮਰੇਡ ਸੀਗੀ ਤੇ ਉਹ ਕਮਿਊਨਿਸਟ ਵਿਚਾਰਧਾਰਾ ਨੂੰ ਮੰਨਦੇ ਸੀਗੇ। ਇਹਦੇ ਨਾਲ ਤੁਸੀਂ
ਇੱਕ ਇੱਕ ਜਿਹੜਾ ਇੱਕ ਡਿਫਰੈਂਸ ਕ੍ਰੀਏਟ ਕਰ ਦਿੰਦੇ ਹੋ ਨਾ, ਕਾਮਰੇਡ ਵਰਸਸ ਸਿੱਖ, ਉਹ ਗਲਤ ਆ, ਉਹ ਨਹੀਂ ਹੋਣਾ ਚਾਹੀਦਾ। ਉਸੇ ਵਿਚਾਰ ਜਿਹੜੇ ਆ ਡਿਫਰੈਂਸਿਸ ਸੀਗੇ ਉਹਨੂੰ ਖਤਮ ਕਰਨ ਵਾਸਤੇ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਟੇਜ ਤੇ ਗਈ ਸੀਗੀ, ਔਰ ਮਾਨ ਸਾਹਿਬ ਦੇ ਨਾਲ ਇਸ ਟੌਪਿਕ ਦੇ ਉੱਤੇ ਮੇਰੀ ਵਾਈਡ ਡਿਸਕਸ਼ਨ ਹੋਈ ਹੈ। ਔਰ ਮਾਨ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਉਹ ਕਾਮਰੇਡਾਂ ਦੇ ਖਿਲਾਫ ਨਹੀਂ ਗਏ, ਨਾ ਹੀ ਉਹ ਨਕਸਲਵਾਦੀਆਂ ਦੇ ਖਿਲਾਫ ਨੇ। ਉਹਨਾਂ ਨੇ ਤੇ ਹਮੇਸ਼ਾ ਜਗਦੀਸ਼ ਭੋਲੇ ਵਰਗਿਆਂ ਦੀਆਂ ਜਾਨਾਂ ਬਚਾਈਆਂ ਨੇ, ਜਦੋਂ ਉਹ ਪੁਲਿਸ ਆਫੀਸਰ ਸੀਗੇ, ਜਿਹਨੂੰ ਉਹਨਾਂ ਨੇ ਇਨਕਾਊਂਟਰ ਨਹੀਂ ਕੀਤੇ ਉਹਨਾਂ ਨੇ ਉਹਨਾਂ ਨੂੰ ਹਮੇਸ਼ਾ ਸੇਫ ਕੀਤਾ ਹੈ। ਤੇ ਮੈਂ ਇੱਕ ਗੱਲ ਸੋਚੀ ਉਹਨਾਂ ਦੇ ਨਾਲ, ਜਦੋਂ ਮੇਰੀਆਂ ਇਹ ਗੱਲਾਂ ਹੋਈਆਂ ਨੇ ਰਾਈਟ, ਮੈਂ ਉਸ ਚੀਜ਼ ਦੇ ਨਾਲ ਮੈਨੂੰ ਇਹ ਲੱਗਦਾ ਸੀਗਾ ਕਿ ਜਦੋਂ ਇਹ ਖਿਲਾਫ ਨਹੀਂ ਗਏ ਕਾਮਰੇਡਾਂ ਦੇ, ਜਿਹੜੇ ਇੱਕ ਕੱਟਰ ਮੰਨੇ ਜਾਂਦੇ ਨੇ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਨਕਸਲਵਾਦੀਆਂ ਤੋਂ, ਕਾਮਰੇਡਾਂ ਤੋਂ, ਇਹ ਵੀ ਇਹੀ ਗੱਲ ਮੰਨਦੇ ਨੇ ਵੀ ਸਿੱਖੀਜ਼ਮ ਇੱਕ ਧਰਮ ਆ, ਉਹਦੇ ਵਿੱਚੋਂ ਵਿਚਾਰਧਾਰਾ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਹੈ ਰਾਈਟ। ਬਟ ਗੱਲ ਇਹ ਹੈ ਵੀ ਫਿਰ ਇਹ ਜਿਹੜੀ ਨਫ਼ਰਤ ਹੈ ਫੈਲਾ ਕੌਣ ਰਿਹਾ ਆ? ਇਹ ਏਜੰਸੀਆਂ ਦੇ ਬੰਦੇ ਫੈਲਾ ਰਹੇ ਨੇ ਔਨ ਫੇਸਬੁੱਕ, ਔਨ ਸੋਸ਼ਲ ਮੀਡੀਆ। ਉਹ ਮਾਨ ਸਾਹਿਬ ਕਹਿੰਦੇ ਨੇ ਭਗਤ ਸਿੰਘ ਅੱਤਵਾਦੀ ਨੇ, ਔਰ ਸਾਰੀ ਦੁਨੀਆ ਭਗਤ ਸਿੰਘ ਨੂੰ ਪੂਜਦੀ ਨੇ, ਤੇ ਪੋਲੀਟੀਕਲ ਪਾਰਟੀਆਂ ਤੋਂ ਸਭ ਤੋਂ ਜ਼ਿਆਦਾ ਲੈਫਟ ਕਹਿੰਦੇ ਕਿ ਭਗਤ ਸਿੰਘ ਸਾਡਾ, ਉਹ ਜ਼ਿਆਦਾ ਪੂਜਦੇ। ਤੁਸੀਂ ਉਹਨਾਂ ਨਾਲ ਮੰਚ ਸ਼ੇਅਰ ਕਰਦੇ? ਨਹੀਂ, ਵੇਖੋ ਭਗਤ ਸਿੰਘ ਨੂੰ ਮੈਂ ਵੀ ਪੂਜਦੀ ਹਾਂ, ਮੈਨੂੰ ਨਹੀਂ ਪਤਾ ਸੀਗਾ ਮਾਨ ਸਾਹਿਬ ਭਗਤ ਸਿੰਘ ਨੂੰ ਐਵੇਂ ਕਹਿੰਦੇ ਨੇ ਜਾਂ ਐਵੇਂ ਕਿਹਾ। ਮੈਂ ਕਦੀ ਉਹਨਾਂ ਦੀ ਸਟੇਟਮੈਂਟ ਪਹਿਲਾਂ ਨਹੀਂ ਸੁਣੀ ਸੀਗੀ। ਮੈਂ ਉਹਨਾਂ ਦੇ ਨਾਲ ਬਹਿ ਕੇ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ, ਅਮਰਗੜ੍ਹ ਦੇ ਪਿੰਡ ਦੇ ਵਿੱਚ ਜਿਹੜੀ ਮੈਂ ਸਪੀਚ ਦਿੱਤੀ ਆ, ਹਰ ਇੱਕ ਸਪੀਚ ਦੇ ਵਿੱਚ ਮੇਰਾ ਇਹੀ ਸੀਗਾ ਕਿ ਮੈਂ ਇੱਥੇ ਕਾਮਰੇਡ ਵਰਸਸ ਸਿੱਖ ਖਤਮ ਕਰਨ ਵਾਸਤੇ ਆਈ ਹਾਂ, ਮੈਂ ਇੱਥੇ ਭਾਈਚਾਰਾ ਸਾਂਝਾ ਕਰਨ ਵਾਸਤੇ ਆਈ ਹਾਂ। ਮਾਨ ਸਾਹਿਬ ਨੇ ਜਿਹੜੀਆਂ ਮੈਨੂੰ ਸਟੋਰੀਜ਼ ਦੱਸੀਆਂ ਨੇ ਕਿ ਇਹ ਹਮੇਸ਼ਾ ਕਾਮਰੇਡਾਂ ਨੂੰ ਸਪੋਰਟ ਕਰਦੇ ਸੀਗੇ, ਮੈਂ ਇਸ ਕਰਕੇ ਇੱਥੇ ਆਈ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਅੱਗੇ ਜਾ ਕੇ ਇਸ ਤਰੀਕੇ ਦੇ ਨਾਲ ਕੁਝ ਫੇਸ ਕਰੇ ਮੇਰੇ ਵਾਂਗੂ। ਮੈਂ ਫੇਸ ਕੀਤਾ ਆ। ਔਰ ਦੂਜੀ ਗੱਲ ਇਹ ਭਗਤ ਸਿੰਘ ਵਾਲੀ ਗੱਲ, ਜਿੱਦਣ ਮੈਨੂੰ ਪਤਾ ਲੱਗੀ ਮਾਨ ਸਾਹਿਬ ਦੇ, ਉਦਣ ਹੀ ਮੈਂ ਮਾਨ ਸਾਹਿਬ ਦੀ ਇਸ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਸੀਗੀ। ਮੈਂ ਇਹ ਗੱਲ ਕਹੀ ਕਿ ਮੈਂ ਇੱਕ ਮੰਚ ਸਾਂਝਾ ਕਰੋਗੇ ਕਿ ਨਹੀਂ? ਨਹੀਂ, ਮੈਂ ਮਾਨ ਸਾਹਿਬ ਨੂੰ ਇਹ ਗੱਲ ਕਹੀ ਸੀਗੀ। ਮੈਂ ਮਾਨ ਸਾਹਿਬ ਨੂੰ ਪੁੱਛਿਆ ਵੀ, ਮੈਂ ਕਿਹਾ ਮਾਨ ਸਾਹਿਬ ਅਸੀਂ ਕਾਮਰੇਡ ਵਰਸਸ ਸਿੱਖ ਖਤਮ ਕਰਨ ਵਾਸਤੇ ਆਏ ਸੀਗੇ, ਤੁਸੀਂ ਫਿਰ ਭਗਤ ਸਿੰਘ ਵਾਲੀ ਗੱਲ ਕਰਤੀ। ਮਾਨ ਸਾਹਿਬ ਕਹਿੰਦੇ ਕਿ ਉਹ ਪੁੱਤ ਕਾਮਰੇਡ ਨੀਗਾ, ਉਹ ਆਰਿਆ ਸਮਾਜੀ ਹੈ ਭਗਤ ਸਿੰਘ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਉਹ ਆਰਿਆ ਸਮਾਜੀ ਕਿਵੇਂ ਆ। ਮੈਂ ਇਹ ਸਾਰੀਆਂ ਗੱਲਾਂ ਤੋਂ ਮਤਲਬ ਮੈਂ ਆਰੀਆ ਸਮਾਜੀ ਹੋਵੇ ਜਾਂ ਕਾਮਰੇਡ ਹੋਵੇ, ਦੇਸ਼ ਵਾਸਤੇ ਤੇ ਕੁਰਬਾਨ ਹੋਵੇ ਨਾ ਜੀ, ਉਹ ਵੱਡੀ ਗੱਲ ਹੈ ਕਿ ਇਹੀ ਗੱਲ ਮੈਂ ਮੰਨਦੀ ਹਾਂ। ਵੇਖੋ ਮੈਂ ਭਗਤ ਸਿੰਘ ਮੇਰਾ ਆਈਡਲ ਆ ਬਚਪਨ ਤੋਂ ਹੀ, ਕਿਉਂਕਿ ਮੇਰਾ ਜਿਹੜਾ ਬਚਪਨ ਆ ਉਹ ਹਮੇਸ਼ਾ ਤੋਂ ਹੀ ਇੱਕ ਕਮਿਊਨਿਸਟ ਔਰ ਇੱਕ ਇਨਕਲਾਬੀ ਪਰਿਵਾਰ ਦੇ ਵਿੱਚ ਮੈਂ ਪੈਦਾ ਹੋਈ ਹਾਂ। ਸਤਪਾਲ ਡਾਂਗ, ਬਿਮਲਾ ਡਾਂਗ ਮੇਰੇ ਆਈਕਨਸ ਰਹੇ ਨੇ, ਕਿਉਂਕਿ ਮੇਰਾ ਬਚਪਨ ਉਹਨਾਂ ਨਾਲ ਬੀਤਿਆ ਆ, ਉਹੋ ਜਿਹੇ ਲੋਕਾਂ ਦੇ ਨਾਲ। ਬਲਦੇਵ ਸਿੰਘ ਮਾਨ ਉਹਨਾਂ ਦੀ ਵੀ ਇਹ ਵਿਚਾਰਧਾਰਾ ਕਿ ਮੈਂ ਸਿੱਖ ਹਾਂ, ਮੈਂ ਹਿੰਦੂ ਹਾਂ, ਮੈਂ ਜੱਟ ਹਾਂ, ਮੈਂ ਦਲਿਤ ਹਾਂ। ਤੁਸੀਂ ਇਹ ਜੱਟ ਵਾਲੀ ਫੀਤੀ ਵੇਖੋ ਮੇਰੀ ਗੱਲ ਸੁਣੋ, ਮੈਂ ਸੋਨੀਆ ਮਾਨ ਤਲਾਸ਼ ਕੀ ਰਹੀ ਆ? ਦੇਖੋ ਮੇਰੀ ਗੱਲ ਸੁਣੋ, ਤਲਾਸ਼ ਹੀ ਰਹੀ ਹਾਂ। ਨਾ ਮੈਂ ਸਿੱਖ ਹਾਂ, ਨਾ ਮੈਂ ਹਿੰਦੂ ਹਾਂ, ਨਾ ਮੈਂ ਮੁਸਲਿਮ ਹਾਂ, ਨਾ ਮੈਂ ਕਿਸੇ ਵੀ ਜਾਤ ਪਾਤ ਨੂੰ ਮੰਨਦੀ ਹਾਂ। ਮੈਂ ਇਹ ਆ, ਮੈਂ ਇੱਕ ਚੰਗੀ ਇਨਸਾਨ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ, ਇਹ ਤਲਾਸ਼ ਰਹੀ ਹਾਂ। ਦੂਜੀ ਗੱਲ ਇਹ ਕਿ ਜੇ ਮੈਂ ਸਿੱਖ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਹਾਂ ਤੇ ਉਹਦੇ ਵਿੱਚ ਵੀ ਮੈਂ ਇਹੀ ਮੰਨਦੀ ਹਾਂ ਵੀ ਇੱਕ ਚੰਗਾ ਇਨਸਾਨ ਬਣਨਾ ਬਹੁਤ ਇੰਪੋਰਟੈਂਟ ਆ। ਮੇਰੇ ਫਾਦਰ ਨੇ ਜਿਹੜੀ ਮੈਨੂੰ ਲੈਟਰ ਲਿਖੀ ਸੀਗੀ, ਉਹਦੇ ਵਿੱਚ ਵੀ ਉਹਨਾਂ ਨੇ ਇਹੀ ਲਿਖਿਆ ਸੀਗਾ, ਇੱਕ ਤੇ ਧਰਮਾਂ ਜਾਤਾਂ ਦੇ ਵਿੱਚ ਨਾ ਵੰਡੀ ਜਾਈ, ਇਸ ਤੋਂ ਇਹਦੇ ਨਾਲ ਤੇਰੀ ਇਨਸਾਨ। ਅੱਜ ਤੇ ਤੁਸੀਂ ਆ ਗਏ ਨਹੀਂ, ਮੈਂ ਇਹਦੇ ਵਿੱਚ ਜੱਟ ਆਰਗੇਨਾਈਜੇਸ਼ਨ ਦੇ ਤੁਸੀਂ ਪ੍ਰੈਜ਼ੀਡੈਂਟ ਬਣ ਗਏ। ਵੇਖੋ ਮੇਰੀ ਗੱਲ ਸੁਣੋ, ਜੱਟ ਆਰਗੇਨਾਈਜੇਸ਼ਨ ਦੀ ਮੈਂ ਪ੍ਰੈਜ਼ੀਡੈਂਟ ਬਣ ਗਈ ਕਿਉਂਕਿ ਮੈਂ ਇਸ ਸੁਸਾਇਟੀ ਦੇ ਅਕੋਰਡਿੰਗਲੀ ਇੱਕ ਜੱਟ ਫੈਮਿਲੀ ਦੇ ਵਿੱਚ ਪੈਦਾ ਹੋਈ ਹਾਂ। ਉਹਨੂੰ ਕੋਈ ਨਹੀਂ ਰੋਕ ਸਕਦਾ। ਜੇ ਮੈਂ ਉਸ ਕਮਿਊਨਿਟੀ ਜਿਹਦੇ ਵਿੱਚ ਪੈਦਾ ਹੋਈ ਹਾਂ, ਜੇ ਮੈਂ ਉਹਨੂੰ ਸਰਵ ਨਹੀਂ ਨਾ ਕਰ ਸਕਦੀ ਤੇ ਮੈਂ ਕਿਸੇ ਨੂੰ ਵੀ ਨਹੀਂ ਸਰਵ ਕਰ ਸਕਦੀ। ਪਹਿਲੀ ਗੱਲ ਆ, ਕਹਿੰਦੇ ਨਾ ਸੋਸ਼ਲ ਵਰਕ ਘਰ ਤੋਂ ਸ਼ੁਰੂ ਹੁੰਦਾ ਆ। ਜੇ ਤੁਸੀਂ ਆਪਣੇ ਕਿਸਾਨਾਂ ਨੂੰ, ਆਪਣੇ ਜੱਟ ਭਾਈਚਾਰੇ ਨੂੰ ਸਰਵ ਨਹੀਂ ਨਾ ਕਰ ਸਕਦੇ, ਫਿਰ ਤੁਸੀਂ ਕਿਸੇ ਕਮਿਊਨਿਟੀ ਨੂੰ ਸਰਵ ਨਹੀਂ ਕਰ ਸਕਦੇ। ਇਹ ਮੇਰਾ ਮੰਨਣਾ ਆ। ਜੇ ਮੇਰੀ ਗੱਲ ਸੁਣੋ, ਮੈਂ ਇਹ ਤੇ ਲੈਫਟ ਥਾਟ ਤੋਂ ਵੀ ਅਗੇਂਸਟ ਆ, ਸਿੱਖ ਫਲਸਫੇ ਤੇ ਵੀ ਅਗੇਂਸਟ ਆ। ਵੇਖੋ ਮੇਰੀ ਗੱਲ ਸੁਣੋ, ਮੈਂ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੇਰੇ ਵਿੱਚ ਇਹ ਸ਼ਮਤਾ ਹੈ ਕਿ ਮੈਂ ਇੱਕ ਚੰਗੀ ਇਨਸਾਨ ਬਣਨਾ ਚਾਹੁੰਦੀ ਹਾਂ। ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦੀ ਹਾਂ। ਆਪਣੀ ਕਮਿਊਨਿਟੀ ਤੋਂ ਬਾਹਰ ਵੀ ਲੋਕਾਂ ਨੂੰ ਸਰਵ ਕਰਦੀ ਹਾਂ। ਮੈਂ ਕਦੀ ਇਹ ਨਹੀਂ ਦੇਖਿਆ ਵੀ ਅੱਛਾ ਜੀ ਇਹ ਦਲਿਤ ਆ ਜਾਂ ਇਹ ਹੈ, ਉਹਨੂੰ ਮੈਂ ਉਹਦੀ ਜਾ ਕੇ ਹੈਲਪ ਨਹੀਂ ਕਰਨੀ। ਇਹ ਜ਼ਰੂਰੀ ਨਹੀਂ ਹੈ ਵੀ ਮੈਂ ਜੱਟ ਮਹਾਂਸਭਾ ਦੇ ਵਿੱਚ ਹਾਂ ਤੇ ਮੈਂ ਪੰਜਾਬ ਦੇ ਪੂਰੇ ਪੰਜਾਬ ਦੀਆਂ ਧੀਆਂ ਭੈਣਾਂ ਦੀ ਰਿਸਪੌਂਸਿਬਿਲਟੀ ਜੇ ਮੈਂ ਚੱਕੀ ਹੈ ਕਿ ਕੋਈ ਜੇਲ੍ਹ ਦੇ ਵਿੱਚ ਨਹੀਂ ਜਾਣੀ ਚਾਹੀਦੀ, ਥਾਣੇ ਨਹੀਂ ਜਾਣੀ ਚਾਹੀਦੀ। ਮੈਂ ਇਹ ਨਹੀਂ ਦੇਖੂੰਗੀ ਕਿ ਉਹ ਜੱਟ ਹੈ ਕਿ ਨਹੀਂ ਹੈ। ਮੈਂ ਹਰ ਇੱਕ ਧੀ ਭੈਣ ਦੀ ਮਤਲਬ ਸਾਥ ਦਊਂਗੀ, ਹਰ ਕਿਸੇ ਦੇ ਨਾਲ। ਜਿੰਨਾ ਹੀ ਤੁਹਾਨੂੰ ਦੇਖਿਆ ਹੈਗਾ, ਸੋਨੀਆ ਮਾਨ ਭਟਕ ਰਹੀ ਆ। ਮਾਨ ਦੇ ਮੰਚ ਤੇ ਵੀ ਚਲੇ ਜਾਂਦੇ, ਆਪ ਦੀ ਵੀ ਤਾਰੀਫ ਕਰ ਦਿੰਦੇ ਹੈਗੇ ਨੇ। ਮੈਨੂੰ ਲੱਗਦਾ ਕਿ ਹਰ ਪਾਰਟੀ ਦੀ ਤਾਰੀਫ ਕਰ ਦਿੰਦੇ ਹੈਗੇ। ਹਰ ਇੱਕ ਪਾਰਟੀ ਦੀ ਤਾਰੀਫ ਨਹੀਂ ਕੀਤੀ। ਬੀਜੇਪੀ ਦੀ ਕਿਦਾਂ ਤਾਰੀਫ ਕੀਤੀ?
ਮੈਨੂੰ ਇਹ ਦੱਸੋ ਬੀਜੇਪੀ ਦੀ ਕਿੱਦਣ ਤਾਰੀਫ ਕੀਤੀ? ਬੀਜੇਪੀ ਦੀ ਤੇ ਮੈਂ ਇੱਕ ਵਾਰੀ ਵੀ ਤਾਰੀਫ ਨਹੀਂ ਕੀਤੀ। ਮੈਂ ਯੂਪੀ 'ਚ ਸੀਗੀ, ਯੂਪੀ ਦੇ ਵਿੱਚ ਮੈਂ ਅਖਿਲੇਸ਼ ਯਾਦਵ ਦੀ ਤਾਰੀਫ ਕੀਤੀ ਕਿਉਂਕਿ ਅਖਿਲੇਸ਼ ਯਾਦਵ ਨੇ ਤਰਾਈ ਖੇਤਰ ਦੇ ਜਿੰਨੇ ਕਿਸਾਨ ਆ ਸਾਡੇ, ਜਿਨ੍ਹਾਂ ਉਹਨਾਂ ਦੀ ਸਪੋਰਟ ਕੀਤੀ ਬੀਜੇਪੀ ਦੇ ਖਿਲਾਫ। ਜਿੱਥੇ ਮੇਰੇ ਫਾਰਮਰਸ ਦੀ ਸਪੋਰਟ ਕਰਨ ਦੀ ਗੱਲ ਆਉਂਦੀ ਆ ਉੱਥੇ ਮੈਂ ਸਹੀ ਨੂੰ, ਮੇਰਾ ਸਟੈਂਡ ਇਹ ਹੈ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ। ਮੈਂ ਕਿਸੇ ਪਾਰਟੀਬਾਜ਼ੀ 'ਚ ਨਹੀਂ ਆ, ਮੈਂ ਕਿਸੇ ਸਾਰੀਆਂ ਚੀਜ਼ਾਂ ਦੇ ਵਿੱਚ ਨਹੀਂ ਆ। ਜੇ ਹਰਿਆਣੇ ਦੇ ਵਿੱਚ ਅਭੈ ਚੌਟਾਲਾ ਨੇ ਕਿਸਾਨਾਂ ਵਾਸਤੇ ਅਸਤੀਫਾ ਦਿੱਤਾ ਤੇ ਮੈਂ ਉਹਨਾਂ ਦੀ ਸਪੋਰਟ, ਜਿਹੜਾ ਮੇਰੇ ਕਿਸਾਨਾਂ ਦੇ ਨਾਲ ਖੜਾ ਹੈ ਮੈਂ ਉਹਦੀ ਸਪੋਰਟ ਦਿੱਤੀ। ਅੱਜ ਭਗਵੰਤ ਮਾਨ ਬਾਈ ਨੇ ਚੰਗਾ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ, ਅਜੇ 6 ਮਹੀਨੇ ਹੋਏ ਨਹੀਂ ਸਰਕਾਰ ਨੂੰ, ਤੁਸੀਂ ਟਿੱਪਣੀਆਂ ਕਰਨੀਆਂ ਸ਼ੁਰੂ ਕਰਤੀਆਂ। ਜੇ ਕੱਲ੍ਹ ਨੂੰ ਜੇ ਉਹ ਵੀ ਸਹੀ ਕੰਮ ਨਹੀਂ ਕਰਨਗੇ, ਉਹ ਵੀ ਕੁਝ ਗਲਤ ਕਰਨਗੇ, ਮੈਂ ਉਹਨਾਂ ਦੇ ਵੀ ਖਿਲਾਫ ਬੋਲੂੰਗੀ। ਪਰ ਇਹ ਥੋੜਾ ਨਾ ਵੀ ਮੈਂ ਕਿਸੇ ਨੂੰ ਸੈਟੀਸਫਾਈ ਕਰਨ ਵਾਸਤੇ ਮੈਂ ਜੇ ਕੋਈ ਖੁਸ਼ ਨਹੀਂ ਆ ਤੇ ਮੈਂ ਉਹਨੂੰ ਸਹੀ ਨਾ ਕਵਾਂ। ਸਹੀ ਨੂੰ ਸਹੀ ਕਹਿਣਾ। ਨਸ਼ਾ ਪਹਿਲਾਂ ਵੀ ਵਿਕਦਾ ਸੀ, ਨਸ਼ਾ ਪਹਿਲਾਂ ਵੀ ਵਿਕਦਾ ਸੀ, ਹੁਣ ਵੀ ਵਿਕ ਰਿਹਾ। ਕੁੜੀਆਂ ਨਸ਼ਾ ਪਹਿਲਾਂ ਵੀ ਕਰੀਆਂ, ਅੱਜ ਵੀ ਅੰਮ੍ਰਿਤਸਰ ਦੀਆਂ ਤੁਸੀਂ ਵੀਡੀਓ ਦੇਖੀ, ਕੋਈ ਬਾਰਡਰ ਤੇ ਬੀਐਸਐਫ ਨੇ ਕਹਿਤਾ, ਆਰਮੀ ਨੇ ਆ ਕੇ ਕਹਿਤਾ ਕਿ ਪਾਕਿਸਤਾਨ ਨੂੰ ਟੈਂਕ ਆ ਸਕਦੇ। 6 ਮਹੀਨੇ ਦੇ ਵਿੱਚ 6 ਮਹੀਨੇ ਹੋਏ ਹੈ ਸਰਕਾਰ ਨੂੰ, 6-7 ਮਹੀਨੇ, ਉਹਦੇ ਵਿੱਚ ਐਡੀ ਛੇਤੀ ਤੇ ਕੋਈ ਪਰਿਵਰਤਨ ਹੋਣ ਵਾਲਾ ਰਿਹਾ? ਰਾਈਟ, ਮੈਂ ਕੋਈ ਸਰਕਾਰ ਦੇ ਵਿੱਚ ਨਾ ਹਾਂ ਨਾ ਮੈਂ ਉਹ ਪਾਰਟੀ ਦੇ ਵਿੱਚ ਹਾਂ, ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ। ਬਟ ਇੱਕ ਪ੍ਰੈਕਟੀਕਲ ਅਪਰੋਚ ਦੇ ਨਾਲ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਹਾਂ, ਜਿੱਥੇ ਤੁਸੀਂ ਦੋ ਪਾਰਟੀਆਂ ਨੂੰ 70 ਸਾਲ ਦਿੱਤੇ ਸੀਗੇ, ਇੰਨਾ ਲੁਟਾ ਲਿਆ, ਇੰਨਾ ਕਰਜ਼ਾ ਚੜਾ ਲਿਆ, ਇੰਨਾ ਕੁਝ ਕਰ ਲਿਆ। ਅੱਜ ਇੱਕ ਜੇ ਨਵੀਂ ਪਾਰਟੀ ਆਈ ਆ, ਪੰਜਾਬ ਦੀ ਜਨਤਾ ਨੇ ਜਿਤਾਈ ਹੈ ਨਾ, ਮੈਂ ਤਾਂ ਨਹੀਂ ਜਿਤਾਈ, ਰਾਈਟ। ਤੇ ਫਿਰ ਉਹਨੂੰ ਕਮ ਸੇ ਕਮ 1 ਸਾਲ 1.5 ਸਾਲ ਦੋ ਤੇ ਸਹੀ। ਜੇ 1-1.5 ਸਾਲ ਦੇ ਵਿੱਚ ਉਹ ਕੰਮ ਨਹੀਂ ਕਰਦੀ ਤੇ ਫਿਰ ਉਹਨਾਂ ਦੇ ਖਿਲਾਫ ਚੱਲ ਪਓ। ਅੱਛਾ, ਹੁਣ ਤੱਕ ਭਗਵੰਤ ਮਾਨ ਸਾਹਿਬ ਦੇ ਕਿੰਨੇ ਕੰਮ ਚੰਗੇ ਲੱਗੇ, ਕਿੰਨੇ ਮਾੜੇ ਲੱਗੇ? ਦੇਖੋ, ਮੈਨੂੰ ਤੇ ਹਜੇ ਤੱਕ ਜਿਹੜਾ ਵੀ ਉਹ ਕੁਝ ਕਰ ਰਹੇ ਨੇ ਮੈਨੂੰ ਵਧੀਆ ਹੀ ਲੱਗ ਰਿਹਾ ਆ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜਿੰਨੇ ਵੀ ਗੈਂਗਸਟਰਸ ਨੇ ਉਹਨਾਂ ਨੂੰ ਫੜ ਕੇ ਐਡੀ ਛੇਤੀ ਐਨਕਾਊਂਟਰ ਕਰਾਉਣਾ, ਲਾਰੈਂਸ ਬਿਸ਼ਨੋਈ ਨੂੰ ਦਿੱਲੀੋਂ ਸੱਦ ਕੇ ਇੱਥੇ ਲੈ ਕੇ ਆਉਣਾ, ਉਹ ਗੱਲ ਵੱਖਰੀ ਹੈ ਵੀ ਉਹਨਾਂ ਨੂੰ ਬੀਜੇਪੀ ਨੇ ਹੱਥ ਬੰਨੇ ਹੋਏ ਆ ਇਸ ਟਾਈਮ ਦੇ ਉੱਤੇ, ਜਿਹੜੀਆਂ ਲੈਟਰਾਂ ਦਿੱਤੀਆਂ ਹੋਈਆਂ ਵੀ ਉਹਨੂੰ ਸੁਰੱਖਿਅਤ ਵਾਪਸ ਭੇਜਿਆ ਜਾਵੇ। ਬਾਕੀ ਜਿਹੜੀ ਗੱਲ ਹੈ, ਜਿਹੜੇ ਪੰਜਾਬ ਨੇ ਜਿਸ ਤਰੀਕੇ ਦੇ ਨਾਲ ਵੀ ਇਸ ਮਾਹੌਲ ਦੇ ਵਿੱਚ ਮੈਨੇਜ ਕਰਨਾ ਐਜ਼ ਅ ਸੀਐਮ, ਕਿ ਤੁਹਾਡੇ ਪੰਜਾਬ ਦਾ ਖਜ਼ਾਨਾ ਖਾਲੀ ਹੈ, ਫਿਰ ਵੀ ਤੁਸੀਂ ਮੈਨੇਜ ਕਰਨਾ, ਫਿਰ ਵੀ ਤੁਸੀਂ ਸਾਰਿਆਂ ਨੂੰ ਸੈਟੀਸਫਾਈ ਕਰਨਾ, ਫਿਰ ਵੀ ਸਾਰੀ ਜਗ੍ਹਾ ਤੇ ਧਰਨੇ ਲੱਗੇ ਆ, ਫਿਰ ਵੀ ਹਰ ਇੱਕ ਦੀ ਐਕਸਪੈਕਟੇਸ਼ਨ ਹੈ ਪੰਜਾਬ ਦੇ ਵਿੱਚ ਕਿ ਸਾਨੂੰ ਨੌਕਰੀਆਂ ਪੱਕੀਆਂ ਮਿਲਣੀਆਂ ਸਿੱਧੂ ਚਾਹੀਦੀਆਂ। ਮੂਸੇਵਾਲਾ ਸਾਹਿਬ ਦੇ ਫਾਦਰ ਬਲਕੌਰ ਸਿੰਘ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਗੋਲੀ ਬਦਲੇ ਗੋਲੀ, ਤੁਸੀਂ ਸਹਿਮਤ ਹੋ? ਵੇਖੋ, ਮੇਰੀ ਗੱਲ ਸੁਣੋ, ਬਿਲਕੁਲ ਸਹੀ ਕਿਹਾ ਉਹਨਾਂ ਨੇ, ਕਿਉਂਕਿ ਇੱਕ ਜਿਹੜਾ ਪਿਓ ਹੈ ਨਾ, ਜਿਨ੍ਹਾਂ ਦਾ ਕੱਲਾ ਬੱਚਾ ਆ, ਉਹਨਾਂ ਨੂੰ ਉਹ ਮੈਨੂੰ ਇਹ ਦੱਸੋ, ਉਹਨਾਂ ਨੇ ਉਹ ਹਵੇਲੀਆਂ, ਉਹ ਸਭ ਕੁਝ ਕੀ ਕਰਨਾ ਆ? ਉਹਨਾਂ ਨੇ ਤੇ ਆਪਣੇ ਦਿਲ ਦੇ ਵਿੱਚ ਇਹੀ ਪੜਾਸ ਹੈ ਨਾ ਵੀ ਮੇਰੇ ਬੱਚੇ ਨੂੰ ਜਿਹਨੇ ਮਾਰਿਆ ਉਹ ਵੀ ਮਾਰਨ ਦੇ ਹੀ ਹੱਕਦਾਰ। ਓਬਵੀਅਸਲੀ ਆਪਾਂ ਕਹਿੰਦੇ ਆ ਵੀ ਜਿਹੜਾ ਬੰਦਾ ਕਿਸੇ ਦਾ ਕਤਲ ਕਰਦਾ ਆ ਉਹਨੂੰ ਫਾਂਸੀ ਮਿਲਣੀ ਚਾਹੀਦੀ ਹੈ। ਬਟ ਆਪਣੇ ਇੰਡੀਆ ਦਾ ਕਨਸਟੀਟਿਊਸ਼ਨ ਇਹ ਜਿਹਾ ਆ ਵੀ ਇੱਥੇ ਰੇਪ ਕੇਸਿਸ ਇੰਨੇ ਵੱਡੇ ਨਿਰਭਇਆ ਵਰਗੇ ਹੋ ਜਾਂਦੇ ਆ, ਉਹਦੇ ਰੇਪਿਸਟ ਵੀ ਛੁੱਟ ਜਾਂਦੇ ਨੇ, ਉਹਨਾਂ ਨੂੰ ਵੀ ਨਹੀਂ ਕੁਛ ਕੀਤਾ ਜਾਂਦਾ। ਮੈਂ ਕਹਿੰਦੀ ਹਾਂ ਦੁਬਈ ਵਰਗਾ ਕਰਨਾ ਚਾਹੀਦਾ ਆ ਵੀ ਜੇ ਕਿਸੇ ਨੇ ਰੇਪ ਕੀਤਾ ਉਸੇ ਟਾਈਮ ਉਹਨੂੰ ਮਾਰਨਾ ਚਾਹੀਦਾ ਆ, ਜੇ ਕਿਸੇ ਨੇ ਕਿਸੇ ਦਾ ਖੂਨ ਕੀਤਾ ਉਸੇ ਟਾਈਮ ਉਹਨੂੰ ਮਾਰਨਾ ਚਾਹੀਦਾ। ਤੁਸੀਂ ਕਿਸੇ ਨੂੰ ਮਾਰਨ, ਤੁਹਾਡੇ ਕੋਲ ਕਿਸੇ ਨੇ ਕੋਈ ਰਾਈਟ ਨਹੀਂ ਦਿੱਤਾ ਵੀ ਤੁਸੀਂ ਕਿਸੇ ਨੂੰ ਮਾਰ ਸਕੋ। ਜੇ ਇਸ ਤਰੀਕੇ ਦੇ ਨਾਲ ਸਿਸਟਮ ਕੰਮ ਕਰਨਾ ਸ਼ੁਰੂ ਹੋ ਜਾਊਗਾ ਨਾ, ਜਿੱਦਣ ਵੀ ਹਾਂ ਵੀ ਜਿਹਨੇ ਕਤਲ ਕੀਤਾ ਆ ਉਹਨੂੰ ਮਾਰਿਆ ਜਾਊਗਾ, ਜਿਹਨੇ ਰੇਪ ਕੀਤਾ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਚੁਰਾਹੇ ਦੇ ਵਿੱਚ ਖੜਾ ਕਰਕੇ ਮਾਰਿਆ ਜਾਊਗਾ, ਕਿਸੇ ਦੀ ਹਿੰਮਤ ਨਹੀਂ ਹੋਊਗੀ ਫਿਰ ਤੋਂ ਮਰਡਰ ਕਰਨ ਦੀ, ਜਾਂ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿਸੇ ਦਾ ਰੇਪ ਕਰਨ ਦੀ। ਅੱਛਾ, ਤੁਹਾਡੀ ਸਿਆਸੀ ਕੋਈ ਮੰਜ਼ਿਲ ਦਿਖਾਈ ਦੇ ਰਹੀ ਹੈ? ਅਸੀਂ ਆਉਣ ਵਾਲੇ ਸਮੇਂ ਦੇਖ ਸਕਦੇ ਕਿ ਸੋਨੀਆ ਮਾਨ ਆਉਣ ਵਾਲੇ ਸਮੇਂ 'ਚ ਕਿੱਥੇ ਹੀ ਟਿਕੇ ਰਹਿਣਗੇ ਕਿ ਜਾਂ ਕੋਈ ਸਿਆਸੀ ਪਾਰਟੀ ਜੁਆਇਨ ਕਰ ਸਕਦਾ? ਮੇਰੀ ਗੱਲ ਸੁਣੋ, ਹਜੇ ਫਿਲਹਾਲ ਨਾ ਤੇ ਮੈਨੂੰ ਇੰਨਾ ਐਕਸਪੀਰੀਅੰਸ ਆ ਸਾਰੀਆਂ ਚੀਜ਼ਾਂ ਦਾ। ਮੈਂ ਸੋਸ਼ਲ ਵਰਕ ਕਰ ਰਹੀ ਹਾਂ, ਲੋਕਾਂ ਦੇ ਮੁੱਦੇ ਚੱਕ ਰਹੀ ਹਾਂ, ਲੋਕਾਂ ਦੀਆਂ ਗੱਲਾਂ ਕਰ ਰਹੀ ਹਾਂ ਰਾਈਟ ਨਾਓ, ਜਿੱਥੋਂ ਤੱਕ ਹੋ ਸਕਦਾ ਇਹੀ ਕਰ ਰਹੀ ਹਾਂ। ਮੈਨੂੰ ਫਿਊਚਰ ਨਹੀਂ ਪਤਾ ਮੇਰਾ ਵੀ ਮੈਂ ਕੀ ਕਰੂੰਗੀ ਨਹੀਂ ਕਰੂੰਗੀ, ਬਟ ਰਾਈਟ ਨਾਓ ਮੈਨੂੰ ਪ੍ਰੈਜ਼ੈਂਟ ਇਹ ਪਤਾ ਆ ਕਿ ਮੈਂ ਆਪਣੀਆਂ ਪੰਜਾਬ ਦੀਆਂ ਧੀਆਂ ਵਾਸਤੇ ਜੋ ਕੁਝ ਕਰ ਸਕਦੀ ਹਾਂ ਉਹ ਮੈਂ ਕਰੂੰਗੀ, ਇੱਕ ਰਿਸਪੌਂਸਿਬਲ ਪਰਸਨ ਹੋ ਕੇ। ਮੈਂ ਭਗਵੰਤ ਮਾਨ ਭਾਈ ਨੂੰ ਇੱਕ ਲੈਟਰ ਦੇ ਉੱਤੇ ਲਿਖ ਕੇ ਦਊਂਗੀ ਕਿ ਪੰਜਾਬ ਸਿੱਖਿਆ ਬੋਰਡ ਦੇ ਵਿੱਚ 7ਵੀਂ 8ਵੀਂ ਦੇ ਵਿੱਚ ਇੱਕ ਡਰੱਗਸ ਦੇ ਉੱਤੇ ਸਬਜੈਕਟ ਹੋਣਾ ਚਾਹੀਦਾ, ਉਹਨਾਂ ਦਾ ਪ੍ਰੈਕਟੀਕਲ ਪੀਰੀਅਡ ਸੈਂਟਰਸ ਦੇ ਵਿੱਚ ਹੋਣਾ ਚਾਹੀਦਾ। ਜੋ ਮੈਨੂੰ ਲੱਗਦਾ, ਮੇਰੇ ਦਿਮਾਗ ਨੂੰ ਲੱਗਦਾ, ਜਿੰਨੀ ਕਿ ਮੇਰੀ ਸਮਝ ਆ ਹੈ ਨਾ, ਜਿੰਨੀ ਕਿ ਮੇਰੀ ਉਮਰ ਦੇ ਅਕੋਰਡਿੰਗਲੀ ਮੇਰਾ ਐਕਸਪੀਰੀਅੰਸ ਆ ਹੈ ਨਾ, ਉਹ ਮੈਂ ਰੱਖੂੰਗੀ ਰਾਈਟ ਨਾਓ। ਬਾਕੀ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੋਈ ਪੋਲੀਟੀਕਲ ਪਾਰਟੀ ਜੁਆਇਨ ਕਰੂੰਗੀ ਜਾਂ ਮੈਂ ਸਿਆਸਤ 'ਚ ਸਿਆਸਤ 'ਚ ਆ ਵੀ ਜਾਓ ਤਾਂ ਕੋਈ ਜੁਰਮ ਥੋੜਾ ਹੈਗਾ, ਕੋਈ ਗੁਨਾਹ ਥੋੜਾ। ਮੈਨੂੰ ਵੀ ਲੱਗਦਾ ਸਿਆਸਤ 'ਚ ਆਉਣਾ ਕੋਈ ਜੁਰਮ ਨਹੀਂ ਆ, ਨਾ ਕੋਈ ਗੁਨਾਹ ਆ। ਸਿਆਸਤ 'ਚ ਵੈਲ ਐਜੂਕੇਟਿਡ ਯੂਥ ਹੀ ਆਉਣਾ ਚਾਹੀਦਾ ਆ, ਚੰਗੇ ਲੋਕ ਹੀ ਹੋਣੇ ਚਾਹੀਦੇ। ਇਹ ਕੋਈ ਉਹੀ ਬਜ਼ੁਰਗ ਨਹੀਂ ਰਹਿਣੇ ਚਾਹੀਦੇ ਜਿਹੜੇ ਰੇਤ ਮਾਫੀਆ ਕਰ ਰਹੇ ਨੇ ਔਰ ਇਹ ਕਰਪਸ਼ਨ ਕਰ ਰਹੇ ਨੇ। ਪੰਜਾਬ ਦੇ ਵਿੱਚ ਚੰਗੇ ਲੋਕੀ ਅੱਗੇ ਆਉਣੇ ਚਾਹੀਦੇ ਜਿਹੜੇ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਨ, ਜਿਹੜੇ ਪੰਜਾਬ ਦੇ ਵਾਸਤੇ ਦਰਦ ਰੱਖਦੇ ਹੋਣ। ਅਸੀਂ ਕਹਿ ਰਹੇ ਕਿ ਤੁਸੀਂ 22 ਵਾਲੀ ਬੱਸ ਵੀ ਮਿਸ ਕਰਤੀ ਹੈ, 24 ਵਾਲੀ ਜਾਂ 27 ਵਾਲੀ ਬੱਸ 'ਚ ਚੜੋਗੇ ਸਿਆਸਤ ਦੀ? ਵੇਖੋ, ਮੈਨੂੰ ਸਿਆਸਤ ਤੋਂ ਬਿਨਾਂ ਹੀ ਇੰਨਾ ਮਾਨ ਸਤਿਕਾਰ ਮਿਲਦਾ ਆ ਆਲ ਓਵਰ ਇੰਡੀਆ
ਮੈਂ ਪੰਜਾਬ ਦੀ ਵੀ ਗੱਲ ਨਹੀਂ ਕਰੂੰਗੀ, ਆਲ ਓਵਰ ਇੰਡੀਆ, ਹਰਿਆਣੇ 'ਚ ਮੈਂ ਹਰ ਇੱਕ ਮਹਾਪੰਚਾਇਤ 'ਚ ਮੈਨੂੰ ਇੰਨਾ ਮਾਣ ਸਤਿਕਾਰ ਦਿੱਤਾ ਜਾਂਦਾ ਆ। ਹਰ ਕਿਤੇ ਮੈਂ ਆਪਣੇ ਕਿਸਾਨਾਂ ਵਾਸਤੇ ਧਰਨਿਆਂ ਤੇ ਬਹਿੰਦੀ ਹਾਂ, ਕਿਤੇ ਵੀ ਹੋਵੇ, ਯੂਪੀ ਹੋਵੇ, ਰਾਜਸਥਾਨ ਹੋਵੇ, ਪੰਜਾਬ ਦੇ ਵਿੱਚ ਹੋਵੇ। ਤੇ ਮੇਰੀ ਗੱਲ ਸੁਣੋ, ਜਿਵੇਂ ਮੈਂ ਤੁਹਾਨੂੰ ਪੋਲੀਟਿਕਸ ਤੋਂ ਇਲਾਵਾ ਜਿਹੜਾ ਮੈਂ ਇੰਨਾ ਕੰਮ ਕਰ ਰਹੀ ਹਾਂ ਲੋਕਾਂ ਵਾਸਤੇ ਜਾ ਕੇ, ਇਹ ਵਧੀਆ ਨਹੀਂ ਲੱਗ ਰਿਹਾ ਮੈਨੂੰ? ਅਸੀਂ ਕਹਿੰਦੇ ਕਿ ਹੋਰ ਵਧੀਆ ਲੱਗੇ ਨਾ। ਇਹ ਵੱਡੀ ਪਾਵਰ ਹੈ ਕਿ ਸਰਕਾਰ ਦੇ ਉੱਤੇ ਪ੍ਰੈਸ਼ਰਾਈਜ਼ ਕਰਕੇ ਕੰਮ ਕਰਾਉਣਾ, ਵੀ ਅੱਜ ਲੋਕਾਂ ਦੇ ਨਾਲ ਖੜੇ ਰਹਿਣਾ। ਤੁਹਾਨੂੰ ਨਹੀਂ ਲੱਗਦਾ ਕਿ ਸੋਨੀਆ ਮਾਨ ਨੂੰ ਬਹੁਤ ਜ਼ਿਆਦਾ ਲੋਕ ਵਰਤ ਲੈਂਦੇ ਹੈਗੇ ਨੇ ਜੀ? ਵੇਖੋ ਮੇਰੀ ਗੱਲ ਸੁਣੋ, ਇਹ ਲੋਕਾਂ ਦੀ ਥਿੰਕਿੰਗ ਆ, ਜਿਹਨੇ ਵਰਤਣਾ ਹੈ ਵਰਤੇ, ਬਟ ਲੋਕਾਂ ਦੇ ਨਾਲ ਖੜੀ ਹਾਂ ਮੈਂ ਲੋਕਾਂ ਦੇ ਨਾਲ ਖੜੀ ਹਾਂ। ਜਿੱਥੇ ਮੇਰੇ ਲੋਕਾਂ ਦਾ ਕੋਈ ਵੀ ਦਰਦ ਹੋਊਗਾ, ਜਿੱਥੇ ਕੋਈ ਐਜੂਕੇਸ਼ਨ ਬੋਰਡ ਦਾ ਕੋਈ ਧਰਨਾ ਹੋਊਗਾ, ਜੇ ਲੋਕਾਂ ਨੂੰ, ਮੇਰੇ ਟੀਚਰਸ ਨੂੰ ਉੱਥੇ ਪ੍ਰੋਬਲਮ ਆ, ਮੈਂ ਉਹਨਾਂ ਦਾ ਮੰਗ ਪੱਤਰ ਲੈ ਕੇ ਜ਼ਰੂਰ ਅੱਗੇ ਜਾ ਕੇ ਰਿਪਰੈਜ਼ੈਂਟ ਕਰੂੰਗੀ ਵੀ ਇਹਨਾਂ ਦੀ ਪ੍ਰੋਬਲਮ ਸੌਰਟ ਆਊਟ ਹੋਣੀ ਚਾਹੀਦੀ। ਨਹੀਂ ਤੇ ਉੱਥੇ ਮੈਂ ਬੈਠੀ ਹਾਂ, ਜਿੱਥੇ ਪੰਜਾਬ ਦੇ ਮੁੱਦੇ ਆ, ਮੇਰੀਆਂ ਭੈਣਾਂ ਦੇ ਮੁੱਦੇ ਆ, ਕਿਸੇ ਵੀ ਖੇਤਰ ਦੇ ਕਿਸਾਨਾਂ ਦੇ ਮੁੱਦੇ ਆ, ਆਈ ਆਲਵੇਜ਼ ਰਿਪਰੈਜ਼ੈਂਟ them ਐਂਡ ਆਈ ਵਿਲ ਆਲਵੇਜ਼, ਮੈਨੂੰ ਉਹਨਾਂ ਦੇ ਨਾਲ ਥੱਲੇ ਬਹਿ ਕੇ ਧਰਨਾ ਲਾਉਣਾ ਚੰਗਾ ਲੱਗਦਾ ਆ। ਬਹੁਤ ਮਿਹਰਬਾਨੀ, ਥੈਂਕ ਯੂ। ਔਰ ਇਹਨਾਂ ਦਾ ਸਵਾਲ ਦਾ ਮਸਲਾ ਇਹ ਕਿ ਕਹਿੰਦੇ ਕਿ ਗੱਲ ਪੰਜਾਬ ਦੀ ਕਰਨੀ ਹੈਗੀ ਆ, ਪੰਜਾਬ ਦੇ ਮਸਲੇ ਉਠਾਉਣੇ, ਪੰਜਾਬ ਦੀਆਂ ਧੀਆਂ ਭੈਣਾਂ ਦੇ ਮਸਲੇ ਉਠਾਉਣੇ ਆ। ਸਿਆਸੀ ਭਵਿੱਖ ਕੀ ਆ ਉਹ ਹਲੇ ਤੈਅ ਨਹੀਂ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।